सतनाम। श्री वाहिगुरु साहिब जीओ। हम सर दीन दयाल न तुम सर, अब पतियार क्या कीजै। बचनी तोर मोर मन मानै, कहे रविदास आस लग जीवो। चिर भयो दर्शन देखे। धन धन सतगुरु श्री गुरु ग्रंथ साहिब महाराज जी दी पावन पवित्र हजूरी दे अंदर विसाखी दे पुरब नूं मुख रखदिया होया पहले दिन दे दीवाना दे अंदर इकत्रित होई साध संगत जीओ, आओ जितना समा मिलिया है उस समय नूं जाणदिया होया आप जी दे नाल कुछ कु विचारां करन दा जतन करांगा। बख्शो आशीष। धन श्री गुरु ग्रंथ साहिब महाराज पासों आग्या मंगीए। साहिब आप विच वरत के विचार करन दी सोझी बख्शण। अदब सत्कार नाल आखो जी वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जी दी बाणी दे अंदर जिथे आपां विसाख दे महीने नूं पढ़ने अते वाचने आ ते गल आउंदी है कि 1699 दी विसाखी दे वेले साहिब श्री गुरु गोबिंद सिंह महाराज जी ने जो एक नवेकली कौम, एक मार्शल कौम का जन्म, एक ऐसे पंथ की सिरजना की जिस नूं इस जहान दे विच, इस कायनात दे विच इतनी को वड्डी सरदारी दे दी कि उस सरदारी नूं इस सारे जहान दे विच सरदार दे नाम तो, खालसे दे नाम तो जानिया जांदा है। जे किते किसे कौम की सरदारी की गल चले तो खालसे दे इस हिंदुस्तान दे विच आज़ादी दे विच 99% जिहड़ियां कुर्बानियां ने वो खालसे कौम दियां ने। आपां इतिहास नूं पढ़ने अते वाचने आ। प्यारिओ, सब तो पहलां जदों असीं वैसाख महीने नूं पढ़िया अते वाचिया ते उत्थे गल आउंदी है धन श्री गुरु अर्जन देव जी महाराज पंजवें पातशाह उन्हां ने उच्चारण कीता 12 माह की बाणी दे अंदर वैसाख महीने की उन्होंने व्याख्या की। आपां पढ़ने भी हाँ ते सतगुरां ने उथे ये उदाहरण दे के आख्या वैसाख धीरन क्यों वाडिया जिन्ना प्रेम बिछोहो हर साजन पुरख विसार कै लगी माया धोहो पुत्र कलतर ना संग धना हर अविनाशी ओहो पलच पलच सगली मुई झूठै धंधै मोहो इकस हर के नाम बिन अग्गै लईहे खोहे दईए विसार विगूचना प्रभ बिन अवर ना कोय प्रीतम चरणी जो लगे तिनकी निर्मल सोए वैसाख सुहावा तां लगै जां संत भेटै हर सोए। हालांकि अज दा दिन वैसाख दा दिन नहीं, पर मैं बेनती ये कर रहा जिस समय दे विच विसाख दी महीने दी शुरुआत हुंदी है
ਤੇ ਸਤਿਗੁਰਾਂ ਨੇ ਜਿਸ ਦਿਨ ਇੱਕ ਨਵੇਕਲੀ ਕੌਮ ਨੂੰ ਸਿਰਜਿਆ, ਉਸ ਸਮੇਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ ਇਸ ਬਾਣੀ ਦਾ ਉਚਾਰਨ ਕਰਦਿਆਂ ਹੋਇਆਂ ਸਿੱਖ ਨੂੰ ਸਮਝਾਉਣਾ ਕੀਤਾ ਕਿ ਸਿੱਖਾ, ਤੇਰੇ ਜੀਵਨ ਦੇ ਵਿੱਚ ਜਿਸ ਸਮੇਂ ਦੇ ਵਿੱਚ ਕਿਰਸਾਨ ਆਪਣੀ ਖੇਤੀ ਨੂੰ ਸਾਂਭਦਾ, ਤੇ ਪਿਆਰਿਓ ਆਪਾਂ ਦੇਖਦੇ ਹਾਂ ਇਸ ਮਹੀਨੇ ਦੇ ਵਿੱਚ ਅੰਬਾਂ ਨੂੰ ਜਦੋਂ ਬੂਰ ਪੈਂਦਾ, ਫਸਲ ਜਿਹੜੀ ਉਹ ਹਰੇ ਰੰਗ ਤੋਂ ਸੁਨਹਿਰੇ ਰੰਗ ਨੂੰ ਢਲਦੀ ਹੈ, ਤੇ ਉਸੇ ਸਮੇਂ ਦੇ ਵਿੱਚ ਕਰੂੰਬਲੀਆਂ ਦੇ ਵਿੱਚੋਂ ਪੱਤੇ ਨਿਕਲਦੇ ਨੇ, ਨਵੀਆਂ ਕਲੀਆਂ ਫੁੱਟਦੀਆਂ ਨੇ। ਤੇ ਸਾਹਿਬ ਨੇ ਇਸੇ ਸਮੇਂ ਦੇ ਵਿੱਚ ਜਦੋਂ ਕਲੀਆਂ ਫੁੱਟੀਆਂ, ਕਿਰਸਾਨ ਦੀ ਖੇਤੀ ਪੱਕੀ, ਤੇ ਕਿਰਸਾਨ ਜਿਹੜਾ ਆਪਣੀ 6 ਮਹੀਨੇ ਦੀ ਆਸ ਲਾ ਕੇ ਖੇਤੀ ਦੇ ਉੱਤੇ ਬੈਠਾ ਹੈ, ਤੇ ਜਦੋਂ ਉਹਦੀ ਖੇਤੀ ਪੱਕੀ ਤੇ ਉਹਦੇ ਦਿਲ ਨੂੰ ਥੋੜਾ ਜਿਹਾ ਸਹਾਰਾ ਮਿਲਿਆ, ਤੇ ਸਾਹਿਬ ਨੇ ਇਹ ਬਾਣੀ ਇਸੇ ਕਰਕੇ ਉਚਾਰੀ। ਵੈਸੇ ਇਤਿਹਾਸਕਾਰਾਂ ਨੇ ਅਲੱਗ ਉਦਾਹਰਣ ਦਿੱਤੇ ਨੇ, ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਇਹਨਾਂ ਸ਼ਬਦਾਂ ਦੀ ਵਿਆਖਿਆ ਕੀਤੀ ਹੈ। ਮੈਂ ਟੂਕ ਮਾਤਰ ਬੇਨਤੀ ਕਰਾਂਗਾ। ਵੈਸਾਖ ਧੀਰਨ ਕਿਉ ਵਾਢੀਆ, ਕਈਆਂ ਨੇ ਇੱਥੇ ਉਸ ਵਾਢੀ ਦੀ ਗੱਲ ਕੀਤੀ ਹੈ ਜਿਹੜਾ ਕਿਰਸਾਨ ਆਪਣੀ ਖੇਤੀ ਦੀ ਵਾਢੀ ਕਰਦਾ ਹੈ, ਪਰ ਸਾਹਿਬ ਨੇ ਇਹ ਆਖਿਆ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਟੁੱਟ ਜਾਂਦੇ ਨੇ, ਜਿਹੜੇ ਵਾਂਝੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਸੰਤਾਂ ਦੀ ਸੰਗਤ, ਅਕਾਲ ਪੁਰਖ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਨਹੀਂ ਮਿਲਦੀ, ਉਹ ਕਿਸੇ ਵਜ੍ਹਾ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਜਾਂਦੇ ਨੇ। ਉੱਥੇ ਸਾਹਿਬ ਨੇ ਕਿਹਾ ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਕਦੀ ਵਾਂਝੇ ਨਹੀਂ ਰਹਿੰਦੇ, ਜਿਨ੍ਹਾਂ ਨੂੰ ਪ੍ਰੇਮ ਦੀ ਛੋਹ ਲੱਗ ਜਾਵੇ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਤੇ ਜਦੋਂ ਇਹ ਸਰੀਰ, ਇਹ ਕਾਇਆ, ਇਹ ਬੰਦਾ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਤੇ ਮਾਇਆ ਦਾ ਰੰਗ ਇਹਦੇ ਉੱਤੇ ਚੜ ਜਾਂਦਾ ਹੈ। ਪਿਆਰਿਓ ਦੇਖੋ, ਸਿੱਧੇ ਦੇ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਪੁੱਤਰ ਕਲਤਰ ਨਾ ਸੰਗ ਧਨਾ। ਤੇ ਸਾਹਿਬ ਨੇ ਕਿਹਾ ਪਿਆਰਿਆ, ਇਸ ਗੱਲ ਨੂੰ ਸੱਚ ਕਰਕੇ ਜਾਣ, ਜਿਨ੍ਹਾਂ ਪੁੱਤਰਾਂ ਤੇ ਘਰ ਪਰਿਵਾਰ ਵਾਸਤੇ ਤੂੰ ਆਪਣਾ ਜੀਵਨ ਖੁਆਰ ਕਰ ਰਿਹਾ ਹੈ, ਪਿਆਰਿਓ ਇਸ ਨੂੰ ਨੈਗੇਟਿਵ ਪਾਸੇ ਨਾ ਲੈ ਕੇ ਜਾਇਓ ਕਿ ਮੈਂ ਖੁਆਰ ਸ਼ਬਦ ਵਰਤਿਆ, ਪਰ ਬੰਦੇ ਦਾ ਜੇ ਈਵਨ ਅਸੀਂ ਵਾਚੀਏ ਇਸ ਗੱਲ ਨੂੰ, ਅੰਦਰ ਦੀ ਗਹਿਰਾਈ ਤੋਂ ਪੜਚੋਲ ਕਰੀਏ, ਤੇ ਇਹ ਬਿਲਕੁਲ ਗੱਲ ਨਿਖਰ ਕੇ ਅੱਗੇ ਆਉਂਦੀ ਹੈ ਕਿ ਬੰਦੇ ਦਾ ਇੱਕ ਇੱਕ ਨਿਮਖ, ਇੱਕ ਇੱਕ ਪਲ, ਇੱਕ ਇੱਕ ਘੜੀ ਜਿਹੜੀ ਉਹ ਵਿਅਰਥ ਜਾ ਰਹੀ ਹੈ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਨਾਸੀ ਉਹ। ਪਲਚ ਪਲਚ ਸਗਲੀ ਮੁਈ, ਝੂਠੈ ਧੰਦਾ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ। ਕੇਵਲ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਮਾਇਆ ਦੇ ਵਿੱਚ ਰਚਿਆ ਹੈ, ਹੰਕਾਰ ਦੇ ਵਿੱਚ ਰਚਿਆ ਹੈ, ਲੱਭ ਦੇ ਵਿੱਚ ਰਚਿਆ ਹੈ, ਲੋਭ ਦੇ ਵਿੱਚ ਰਚਿਆ ਹੈ, ਕ੍ਰੋਧ ਦੇ ਵਿੱਚ ਰਚਿਆ ਹੈ, ਤੇ ਇਹਨਾਂ ਸਾਰਿਆਂ ਕੰਮਾਂ ਨੂੰ ਕਮਾਰਿਆ, ਪਰ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਟੁੱਟਾ ਹੈ। ਮੈਂ ਅੱਗੇ ਆਪ ਜੀ ਦੇ ਨਾਲ ਵਿਆਖਿਆ ਅੰਮ੍ਰਿਤ ਵਾਲੇ ਪਾਸੇ ਨੂੰ ਮੈਂ ਤੁਰਨਾ। ਵੈਸਾਖ ਦੇ ਮਹੀਨੇ ਦੇ ਵਿੱਚ ਸਤਿਗੁਰਾਂ ਨੇ ਜੋ ਪੜਚੋਲ ਕੀਤੀ, ਜੋ ਉਦਾਹਰਣ, ਜੋ ਸਿੱਖਿਆ ਬਖਸ਼ੀ, ਮੈਂ ਸਾਂਝੀ ਕਰ ਰਿਹਾ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਪੁੱਤਰ ਕਲਤਰ ਨਾ ਸੰਗ ਧਨਾ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਪੁੱਤਰਾਂ ਦੀ, ਪਰਿਵਾਰ ਦੀ ਤੇ ਤੂੰ ਆਸ ਲਾ ਕੇ ਬੈਠਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਕੇਵਲ ਨਿਮਖ ਮਾਤਰ, ਇਹ ਪਰਿਵਾਰ, ਇਹ ਪਰਪੰਚ, ਇਹ ਲੀਲਾ, ਇਹ ਨਾਲ ਨਹੀਂ ਨਿਭਣੇ, ਨਾਲ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਨਿਭਣਾ। ਪਿਆਰਿਓ, ਉੱਥੇ ਸਤਿਗੁਰਾਂ ਨੇ ਅਨੇਕਾਂ ਵਿਆਖਿਆ ਦਿੰਦਿਆਂ ਹੋਇਆਂ ਸਮਝਾਇਆ ਕਿ ਬੰਦਿਆ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ। ਮੈਂ ਬੇਨਤੀ ਕਰ ਰਿਹਾ, ਜਿਸ ਸਮੇਂ ਵਿਸਾਖ ਦਾ ਆਗਮਨ ਹੋਇਆ, ਵਿਸਾਖ ਦੇ ਆਗਮਨ ਦੇ ਵਿੱਚ ਜਿਹੜੀ ਫਸਲ ਜਿਹੜੀ ਉਹ ਸੁਨਹਿਰੀ ਰੰਗ ਨੂੰ ਢਾਲਣ ਲੱਗੀ, ਤੇ ਪੱਤਿਆਂ ਤੇ ਕਰੂੰਬਲੀਆਂ ਦੇ ਵਿੱਚ ਨਵੇਂ ਪੱਤੇ ਆਏ, ਅੰਬਾਂ ਨੂੰ ਬੂਰ ਪਿਆ, ਤੇ ਕਿਰਸਾਨ ਦੇ ਮਨ ਨੂੰ ਥੋੜਾ ਜਿਹਾ ਸਹਾਰਾ ਮਿਲਿਆ ਕਿ ਜਿਹੜੀ 6 ਮਹੀਨੇ ਦੀ ਖੇਤੀ ਤੇ ਮੈਂ ਆਸ ਲਾ ਕੇ ਬੈਠਾ, ਅੱਜ ਉਹ ਮੇਰੀ ਖੇਤੀ ਪੱਕ ਕੇ ਤਿਆਰ ਹੋਈ। ਤੇ ਪਿਆਰਿਓ, ਉੱਥੇ ਜਿਹੜਾ ਦੁਕਾਨਦਾਰ ਹੈ ਜਾਂ ਜਿਹੜਾ ਉੱਥੇ ਆੜਤੀਆ ਬੈਠਾ ਹੈ, ਉਹਦੇ ਮਨ ਨੂੰ ਵੀ ਥੋੜਾ ਜਿਹਾ ਟਿਕਾ ਆਇਆ ਕਿ ਕਿਰਸਾਨ
ਆਪਣੀ ਖੇਤੀ ਨੂੰ ਵੱਢੇਗਾ, ਵੱਢਣ ਤੋਂ ਬਾਅਦ ਇਹ ਮੇਰੇ ਕੋਲ ਲੈ ਕੇ ਆਏਗਾ ਤੇ ਮੇਰਾ ਜਿਹੜਾ ਕਰਜ਼ਾ ਇਹਦੇ ਸਿਰੇ ਉਹ ਵੀ ਮੁੜ ਜਾਵੇਗਾ। ਸਤਿਗੁਰਾਂ ਨੇ ਇਸ ਸਾਰੀ ਵਿਆਖਿਆ ਨੂੰ ਸਮਝਾਇਆ ਹੈ। ਵਿਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟੈ ਹਰ ਸੋਏ। ਮੁੱਖ ਦੀ ਗੱਲ ਸਤਿਗੁਰਾਂ ਨੇ ਉੱਥੇ ਆਖਿਆ, ਪਿਆਰਿਆ ਸੰਤਾਂ ਦੀ ਸੰਗਤ ਕਰਕੇ, ਅਕਾਲ ਪੁਰਖ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਕੇ, ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਗਾ ਤੇ ਤਾਂ ਤੇਰਾ ਇਹ ਵਿਸਾਖ ਦਾ ਮਹੀਨਾ ਜਿਹੜਾ ਉਹ ਸਫਲਾ ਹੋਵੇਗਾ। ਪਰ ਦੁਨਿਆਵੀ ਤੌਰ ਤੇ ਅਸੀਂ ਬਹੁਤ ਸ਼ਬਦ ਵਰਤਦੇ ਹਾਂ ਕਿ ਕਿਸਾਨ ਦੀ ਖੇਤੀ ਪੱਕ ਕੇ ਤਿਆਰ ਹੋਈ, ਪੱਤਿਆਂ ਤੇ ਨਵੀਆਂ ਕੁਲੁੰਬੜੀਆਂ ਆਈਆਂ ਤੇ ਇਸ ਵਿਸਾਖ ਦੇ ਵਿੱਚ ਅਨੇਕਾਂ ਮੇਲੇ ਲੱਗਦੇ ਨੇ। ਉਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਨੇ ਕੇਸਗੜ੍ਹ ਦੇ ਕਿਲੇ ਦੇ ਉੱਤੇ ਖਲੋ ਕੇ ਉਸ ਸਮੇਂ ਦੇ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਬੜਾ ਵੱਡਾ ਹਜੂਮ ਦਾ ਇਕੱਠ ਹੋਇਆ। ਤੇ ਪਿਆਰਿਓ, ਮੈਂ ਇਸ ਵਿਆਖਿਆ ਨੂੰ ਬਿਲਕੁਲ ਟੂਕ ਮਾਤਰ ਆਪ ਜੀ ਨੇ ਸਾਂਝੀ ਕਰਾਂਗਾ। ਬਹੁਤ ਵੱਡਾ ਹਜੂਮ ਆ ਕੇ ਇਕੱਠਾ ਹੋਇਆ। ਉਸ ਇਕੱਠ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਉਸ ਸਮੇਂ ਉਸ ਕੇਸਗੜ੍ਹ ਦੇ ਕਿਲੇ ਦੇ ਉੱਤੇ ਖਲੋ ਕੇ ਉਹਨਾਂ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ, ਹੈ ਕੋਈ ਸਿੰਘ ਕਾ ਬੇਟਾ ਜੋ ਸੀਸ ਕਰੇ ਭੇਟਾ। ਕਿ ਕੋਈ ਹੈ ਜਿਹੜਾ ਇਸ ਸਮੇਂ ਦੇ ਵਿੱਚ ਮੇਰੀ ਇਸ ਤਲਵਾਰ ਨੂੰ, ਮੇਰੀ ਤੇਗ ਨੂੰ ਆਪਣਾ ਸੀਸ ਭੇਟਾ ਕਰ ਸਕਦਾ ਹੈ। ਉਸ ਸਮੇਂ ਦੇ ਵਿੱਚ ਜਿਹੜੇ ਮਸੰਦ, ਪਿਆਰਿਓ ਮੈਂ ਸਿੱਧੇ ਤੌਰ ਦੇ ਉੱਤੇ ਬੇਨਤੀ ਕਰਾਂ, ਜਿਹੜੇ ਮਸੰਦ ਗੁਰੂ ਘਰ ਦੇ ਵਿੱਚ 6 ਮਹੀਨਿਆਂ ਤੋਂ ਜਿਨ੍ਹਾਂ ਦੀ ਉਮਰ ਕੜਾਹ ਖਾਂਦੇ ਲੰਘ ਗਈ, ਉਸ ਸਮੇਂ ਦੇ ਵਿੱਚ ਜਦੋਂ ਸਤਿਗੁਰਾਂ ਨੇ ਸੀਸ ਮੰਗਿਆ, ਉਸ ਸਮੇਂ ਦੇ ਵਿੱਚ ਉਹਨਾਂ ਦੇ ਹਿਰਦੇ ਵਲੂੰਗੇ ਗਏ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖ ਦੇ ਉੱਤੇ ਜਲਾਲ ਏ ਤੇਜ ਏ, ਇਹ ਅੱਜ ਕੀ ਕਰਨਗੇ, ਸਾਰੇ ਸਿੱਖ ਵੱਢਣਗੇ। ਉਹਨਾਂ ਨੇ ਇਹ ਸਿੱਧੇ ਸ਼ਬਦ ਵਰਤੇ। ਪਿਆਰਿਓ, ਉਹ ਸਾਰੇ ਜਿਹੜੇ ਮਸੰਦ 6 ਮਹੀਨਿਆਂ ਤੋਂ ਜਿਨ੍ਹਾਂ ਦੇ ਸਾਰੀ ਉਮਰ ਕੜਾਹ ਖਾਂਦੇ ਲੰਘੀ, ਉਹ ਉੱਥੋਂ ਦੌੜ ਗਏ। ਉਸੇ ਸਮੇਂ ਦੇ ਵਿੱਚ ਭਾਈ ਦਇਆ ਸਿੰਘ ਜੀ, ਅਜੇ ਮੈਂ ਸਿੰਘ ਸ਼ਬਦ ਨਾ ਵਰਤਾਂ ਕਿਉਂਕਿ ਭਾਈ ਦਇਆ ਰਾਮ ਜੀ ਅੱਗੇ ਆਏ, ਆ ਕੇ ਉਹਨਾਂ ਨੇ ਸਤਿਗੁਰਾਂ ਦੇ ਆਪਣੇ ਗਲ 'ਚ ਪਰਨਾ ਪਾ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ, ਸਤਿਗੁਰ ਜੀ ਮੇਰਾ ਸੀਸ ਆਪ ਜੀ ਦੇ ਅੱਗੇ ਪ੍ਰਵਾਨ। ਪਿਆਰਿਓ, ਉੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ। ਦੇਖੋ, ਜਿਸ ਸਮੇਂ ਦੇ ਵਿੱਚ ਸਤਿਗੁਰਾਂ ਨੇ ਸੀਸ ਮੰਗੇ ਤੇ ਆਪਾਂ ਇਹ ਵੀ ਕਹਿ ਦਿੰਦੇ ਆ ਤੇ ਕਈ ਇਤਿਹਾਸਕਾਰ ਵੀ ਇਸ ਗੱਲ ਨੂੰ ਪੜਚੋਲਦੇ ਨੇ ਕਿ ਸਤਿਗੁਰਾਂ ਨੇ ਤੰਬੂ ਦੇ ਵਿੱਚ ਲਿਜਾ ਕੇ ਬੱਕਰੇ ਝਟਕਾਏ। ਨਹੀਂ ਪਿਆਰਿਓ, ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਪਿਆਰਾ, ਜਿਸ ਨੇ ਆਪਣਾ ਘਰ ਪਰਿਵਾਰ, ਆਪਣਾ ਸਾਰਾ ਕੁਝ ਨਿਸ਼ਾਵਰ ਸਿੱਖੀ ਦੇ ਉਤੋਂ ਕਰ ਦਿੱਤਾ, ਕਿ ਉਹ ਸਿੱਖਾਂ ਦਾ ਸਿਰਜਣਾ ਕਰਨ ਵੇਲੇ, ਖਾਲਸੇ ਪੰਥ ਦੀ ਸਿਰਜਾ ਕਰਨ ਵੇਲੇ ਉਹ ਪਿਆਰਿਓ ਝੂਠ ਬੋਲਣਗੇ ਕਿ ਤੰਬੂ ਦੇ ਵਿੱਚ ਸਿੱਖ ਲੈ ਕੇ ਗਏ ਤੇ ਝਟਕਾਏ ਬੱਕਰੇ। ਪਿਆਰਿਓ, ਅੱਜ ਅਸੀਂ ਤੰਬੂ ਨੂੰ ਪਾੜ ਕੇ ਦੇਖੀ ਜਾ ਰਹੇ ਹਾਂ, ਪਰ ਪਿਆਰਿਓ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ 5 ਸਿੱਖਾਂ ਦੇ ਸਿਰ ਲਏ ਤੇ ਉਹਨਾਂ ਨੂੰ ਫਿਰ ਤੋਂ ਸਿਰ ਜੀਵੀ ਕੀਤਾ ਤੇ ਪਿਆਰਿਓ ਉਹਨਾਂ ਦੀ ਸਿਰਜਣਾ ਕਰਕੇ ਤੇ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਉਸ ਸਮੇਂ ਭਾਈ ਦਇਆ ਰਾਮ ਜੀ ਆਏ, ਆ ਕੇ ਆਪਣਾ ਸੀਸ ਦਿੱਤਾ। ਫਿਰ ਭਾਈ ਹਿੰਮਤ ਸਿੰਘ ਜੀ ਆਉਂਦੇ ਨੇ, ਭਾਈ ਸਾਹਿਬ ਸਿੰਘ ਜੀ ਆਉਂਦੇ ਨੇ, ਭਾਈ ਮੋਹਕਮ ਸਿੰਘ ਜੀ ਆਉਂਦੇ ਨੇ, ਭਾਈ ਸਾਹਿਬ ਚੰਦ ਜੀ ਆਉਂਦੇ ਨੇ। ਇਹ ਸਾਰੇ ਆਏ, 5 ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਸੀਸ ਦਿੱਤਾ। ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇਣੀ ਪ੍ਰਾਰੰਭ ਕੀਤੀ। ਪਿਆਰਿਓ, ਇੱਕ ਬਾਟਾ ਆਇਆ, ਨਿਰਮਲ ਨੀਰ ਜਿਹੜਾ ਉਹ ਸਤਲੁਜ ਦਾ ਨੀਰ ਆਇਆ, ਵਿੱਚ ਪਤਾਸੇ ਪਾਏ ਗਏ ਤੇ ਇੱਕ ਖੰਡਾ ਆਇਆ। ਪਹਿਲੀ ਮੈਂ ਬੇਨਤੀ ਕੀਤੀ, ਇੱਕ ਬਾਟਾ ਆਇਆ, ਸਰਵਲੋ ਦਾ ਬਾਟਾ। ਉਸ ਤੋਂ ਬਾਅਦ ਸਤਿਗੁਰਾਂ ਨੇ ਸਤਲੁਜ ਦਾ ਨਿਰਮਲ ਨੀਰ ਰਿਆ, ਨੀਰ ਤੋਂ ਬਾਅਦ ਵਿੱਚ ਪਤਾਸੇ ਪਾਏ, ਇੱਕ ਖੰਡਾ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਫੜਿਆ ਤੇ 5ਵਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵਿੱਚ ਆਇਆ। ਆ ਕੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ, ਅੰਮ੍ਰਿਤ ਦੀ ਦਾਤ ਤਿਆਰ ਹੋਈ, 5 ਸਿੱਖਾਂ ਨੂੰ ਛਕਾਈ। ਉਸ ਤੋਂ ਬਾਅਦ ਸਤਿਗੁਰਾਂ ਨੇ ਆਪ ਉਹ ਅੰਮ੍ਰਿਤ ਦੀ ਦਾਤ ਲਈ। ਇਤਿਹਾਸ ਨੂੰ ਆਪ ਸਭ ਜਾਣਦੇ ਹੋ ਪਿਆਰਿਓ। ਪਰ ਅੱਜ ਦੇ ਵਕਤ ਦੇ ਵਿੱਚ ਇਸ ਦੌਰ ਦੀ ਮੈਂ ਗੱਲ ਕਰਾਂ ਤੇ ਉੱਥੇ ਭਾਈ ਵੀਰ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ। ਅੱਜ ਅੰਮ੍ਰਿਤ ਛਕਣ ਤੋਂ ਬਾਅਦ ਇਹ ਢਿੱਲੜਪਨ ਕਿਉਂ ਆ ਗਿਆ? ਗੁਰੂ ਨੇ ਜਿਹੜੀਆਂ ਰਹਿਤਾਂ, ਜਿਹੜੀਆਂ ਕੁਰੈਤਾਂ ਦਸੀਆਂ ਸੀ, ਉਸ ਨੂੰ ਸਿੱਖ ਭੁੱਲ ਕੇ ਇਹ ਵਾਂਝੇ ਰਾਹ ਦੇ ਉੱਤੇ ਕਿਉਂ ਪੈ ਗਿਆ? ਉਹ ਉਸ
ਵਿਖਮ ਨਗਰੀ ਤੋਂ ਵਿਖਮ ਰਾਹ ਤੋਂ ਟੁੱਟ ਕੇ ਸਿੱਖ ਜਿਹੜਾ ਹੈ ਇਹਦਾ ਅੰਦਰ ਕਿਉਂ ਖੁਆਰ ਹੋ ਗਿਆ ਹੈ, ਇਹ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੇ ਨਾਲ ਕਿਉਂ ਨਹੀਂ ਜੁੜਦਾ। ਤੇ ਪਿਆਰਿਓ, ਭਾਈ ਵੀਰ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ। ਉੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਵਿਣ ਮਲਿਆ ਨਹੀਂ ਲਹਿੰਦੀ, ਅੰਗ ਅੱਗ ਜੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਪਿਆਰਿਓ, ਭਾਈ ਵੀਰ ਸਿੰਘ ਨੇ ਕੇਵਲ ਇੱਕ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਇੱਕ ਕੋਲਾ ਜਿਹੜਾ ਹੈ ਉਹ ਕਾਲੇ ਰੰਗ ਦਾ ਹੈ, ਤੇ ਉਸ ਨੂੰ ਕਿਸੇ ਨੇ ਕਿਹਾ ਕਿ ਮੈਂ ਇਸ ਕੋਲੇ ਨੂੰ ਚਿੱਟਾ ਕਰ ਦਿਆਂਗਾ। ਉਹ ਉਹਨੂੰ ਦੁੱਧ ਦੇ ਵਿੱਚ ਪਾਉਂਦਾ ਹੈ, ਦੁੱਧ ਤੋਂ ਕੱਢਦਾ ਹੈ, ਦਹੀਂ ਦੇ ਵਿੱਚ ਪਾਉਂਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਕੋਲਾ ਜਿਹੜਾ ਇਹ ਚਿੱਟਾ ਹੋ ਜਾਵੇ। ਮੈਂ ਬੰਦੇ ਦੇ ਮਨ ਦੀ ਅਵਸਥਾ ਦੀ ਗੱਲ ਕਰ ਰਿਹਾ। ਭਾਈ ਸਾਹਿਬ ਨੇ ਇਹ ਸਾਰੀ ਵਿਆਖਿਆ ਸਮਝਾਈ ਹੈ। ਮਨ ਅੱਜ ਜਿਹੜਾ ਹੈ ਇੱਕ ਬਿਲਕੁਲ ਸੜ ਕੇ ਕਾਲਾ ਸੁਆਹ ਹੋਇਆ ਪਿਆ ਹੈ, ਅੰਦਰ ਕੋਈ ਬਰਕਤ ਨਹੀਂ, ਅੰਦਰ ਨਾਮ ਦੀ ਬਿਲਕੁਲ ਬਰਕਤ ਨਹੀਂ, ਤੇ ਬੰਦਾ ਆਪਣੇ ਹੰਕਾਰ 'ਚ ਲਗਾ ਫਿਰਦਾ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵੀ ਇੰਨਾ ਢਿੱਲੜਪਣ ਗੁਰਬਾਣੀ ਤੋਂ ਟੁੱਟਾ ਹੈ, ਅੰਮ੍ਰਿਤ ਵੇਲੇ ਨੂੰ ਬਿਲਕੁਲ ਨਹੀਂ ਸੰਭਾਲ ਲਿਆ, ਨਿਤਨੇਮ ਨਹੀਂ ਕਰ ਰਿਹਾ। ਪਿਆਰਿਓ, ਅੱਜ ਜੇ ਮੈਂ ਇੱਥੇ ਬੈਠਾ ਚਿੱਟੇ ਕੱਪੜੇ ਪਾ ਕੇ, ਉੱਤੋਂ ਦੀ ਕਿਰਪਾਨ ਪਾ ਕੇ, ਤੇ ਮੇਰਾ ਇਹ ਉਪਦੇਸ਼ ਨਹੀਂ ਬਣਦਾ ਕਿ ਮੈਂ ਆਪ ਸਭ ਨੂੰ ਉਪਦੇਸ਼ ਦੇਵਾਂ। ਸਤਿਗੁਰੂ ਜੀ ਕਹਿੰਦੇ ਨੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਪਹਿਲੋਂ ਆਪ ਕਮਾ, ਆਪਣਾ ਜੀਵਨ ਬਣਾ। ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ ਹੈ। ਸਤਿਗੁਰਾਂ ਨੇ ਇਹ ਸਾਰੇ ਸ਼ਬਦ ਸਮਝਾਉਂਦੇ ਹੋਏ ਭਾਈ ਵੀਰ ਸਿੰਘ ਨੇ ਮਨ ਦੀ ਵਿਆਖਿਆ ਕੀਤੀ। ਉਹ ਕਹਿੰਦੇ ਅੱਜ ਜੇ ਤੂੰ ਚਿੱਟੇ ਜਿਣ ਕੇ ਕੱਪੜੇ, ਗੁਰਬਾਣੀ ਨੇ ਉੱਥੇ ਉਦਾਹਰਣ ਦਿੱਤਾ, ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ, ਦੂਜੈ ਵਿਆਪੇ ਚੋਰ ਜੀਓ, ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗਹਿ ਸੁਖ ਜੀਓ, ਕਰਤਾ ਚਿਤ ਨਾ ਆਵਈ, ਫਿਰ ਫਿਰ ਲੱਗਹਿ ਦੁੱਖ ਜੀਓ। ਉੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਸਾਬਣ ਲਾਲਾ ਧੋਤਾ ਕੋਲਾ, ਪਹਿਲਾਂ ਉਸ ਕੋਲੇ ਨੂੰ ਸਾਬਣ ਦੇ ਨਾਲ ਧੋਤਾ ਕਿ ਕਿਤੇ ਕੋਲਾ ਚਿੱਟਾ ਹੋ ਜਾਵੇ। ਫਿਰ ਦੂਸਰਾ ਉਹਨੂੰ ਦੁੱਧ ਦੇ ਵਿੱਚ ਪਾਇਆ, ਕਿਸੇ ਨਾ ਕਿਸੇ ਤਰ੍ਹਾਂ ਕਰਕੇ ਇਹ ਕੋਲਾ ਜਿਹੜਾ ਇਹ ਚਿੱਟਾ ਹੋ ਜਾਵੇ। ਫਿਰ ਉਹਨੂੰ ਦਹੀਂ ਦੇ ਵਿੱਚ ਪਾਇਆ। ਭਾਈ ਵੀਰ ਸਿੰਘ ਕਹਿੰਦੇ ਨੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ। ਉਹਨੂੰ ਮਲ ਮਲ ਕੇ ਧੋਤਾ, ਪਹਿਲਾਂ ਸਾਬਣ ਦੇ ਨਾਲ ਧੋਤਾ, ਫਿਰ ਦੁੱਧ ਵਿੱਚ ਪਾਇਆ, ਫਿਰ ਦਹੀਂ ਵਿੱਚ ਪਾਇਆ, ਪਰ ਉਹਦਾ ਰੰਗ ਬਿਲਕੁਲ ਵੀ ਟਿਸ ਤੋਂ ਮਿਸ ਨਹੀਂ ਹੋਇਆ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ। ਅੱਗੇ ਕਹਿੰਦੇ ਨੇ ਵਿਛੜ ਕੇ ਕਾਲਖ ਸੀ ਆਈ, ਵਿਣ ਮਲਿਆ ਨਹੀਂ ਲਹਿੰਦੀ। ਆਪਾਂ ਦੁਨਿਆਵੀ ਤੌਰ ਦੇ ਉੱਤੇ ਜਦੋਂ ਕੋਲੇ ਨੂੰ ਪਾਣੀ ਦੇ ਵਿੱਚ ਸੁੱਟੀਏ ਨਾ, ਉਹਦੀ ਕਾਲਖ ਜਿਹੜੀ ਉੱਭਰ ਕੇ ਪਾਣੀ ਉੱਤੇ ਆ ਜਾਂਦੀ, ਕੋਲਾ ਜਿਹੜਾ ਪਾਣੀ 'ਚ ਡੁੱਬ ਜਾਂਦਾ ਹੈ। ਉਸੇ ਤਰ੍ਹਾਂ ਉਸ ਕੋਲੇ ਨੂੰ ਕਈ ਤਰ੍ਹਾਂ ਦੇ ਨਾਲ ਧੋਤਾ, ਪਰ ਕੋਲਾ ਜਿਹੜਾ ਇਹ ਸਾਫ਼ ਨਾ ਹੋਇਆ, ਚਿੱਟਾ ਨਾ ਹੋਇਆ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਉਸੇ ਕੋਲੇ ਨੂੰ ਪਿਆਰਿਆ ਕਿਤੇ ਅੱਗ ਦੇ ਵਿੱਚ ਪਾ ਦੇ, ਉਹਦਾ ਰੰਗ ਜਿਹੜਾ ਉਹ ਲਾਲ ਹੋ ਜਾਵੇਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਲਾ ਪਹਿਲਾਂ ਸੀ, ਜਦੋਂ ਉਸ ਨੂੰ ਭੱਠੀ ਵਿੱਚ ਪਾਇਆ ਗਿਆ ਉਹ ਲਾਲ ਸੀ, ਲਾਲ ਹੋਣ ਤੋਂ ਬਾਅਦ ਉਹ ਕਾਲਾ ਹੋਇਆ, ਕਾਲਾ ਹੋਣ ਤੋਂ ਬਾਅਦ ਉਹਨਾਂ ਨੇ ਯਤਨ ਕੀਤਾ ਕਿ ਇਸ ਨੂੰ ਚਿੱਟਾ ਕੀਤਾ ਜਾਵੇ, ਪਰ ਭਾਈ ਵੀਰ ਸਿੰਘ ਕਹਿੰਦੇ ਉਹ ਚਿੱਟਾ ਨਾ ਹੋਇਆ। ਚਿੱਟਾ ਤਾਂ ਹੋਇਆ ਪਿਆਰਿਆ ਜਦੋਂ ਉਸ ਨੂੰ ਅੱਗ ਦੇ ਵਿੱਚ ਪਾਏਗਾ, ਉਹ ਭੱਠੀ ਦੇ ਵਿੱਚ ਤਪੇਗਾ, ਉਹਦਾ ਰੰਗ ਜਿਹੜਾ ਉਹ ਲਾਲ ਹੋ ਜਾਏਗਾ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ। ਵਿਛੜ ਕੇ ਕਾਲਖ ਸੀ ਆਈ, ਵਿਣ ਮਲਿਆ ਨਹੀਂ ਲਹਿੰਦੀ, ਅੰਗ ਅੱਗ ਜੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਜਦੋਂ ਉਸ ਨੂੰ ਅੱਗ ਦੇ ਵਿੱਚ ਪਾਇਆ, ਉਸੇ ਕੋਲੇ ਦਾ ਜਿਹੜਾ ਰੰਗ ਉਹ ਪ੍ਰਵਿਰਤ ਹੋ ਗਿਆ, ਉਹ ਲਾਲ ਹੋ ਗਿਆ, ਮਗਨ ਲੱਗ ਪਿਆ, ਤਪਣ ਲੱਗ ਪਿਆ। ਪਿਆਰਿਓ, ਇਸੇ ਤਰ੍ਹਾਂ ਮਨੁੱਖ ਦਾ ਮਨ ਹੈ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਵੇ, ਉਹਨਾਂ ਪੰਜਾਂ ਪਿਆਰਿਆਂ ਦੇ ਸ਼ਬਦਾਂ ਨੂੰ ਸੱਚ ਕਰਕੇ ਆਪਣੇ ਜੀਵਨ ਦੇ ਵਿੱਚ ਕਮਾਇਆ ਜਾਵੇ। ਇੱਕ ਫਿਲਾਸਫਰ ਹੋਇਆ ਹੈ ਅੰਗਰੇਜ਼, ਉਸ ਨੇ ਧਰਮ ਦੀ ਵਿਆਖਿਆ ਕੀਤੀ। ਉਸ ਨੂੰ ਕਿਸੇ ਨੇ ਪੁੱਛਿਆ ਧਰਮ ਕੀ ਹੈ ਤੇ ਕਿੱਥੋਂ ਤੱਕ ਕਮਾਇਆ ਜਾ ਸਕਦਾ ਹੈ। ਉਹ ਕਹਿੰਦਾ ਹੈ ਮੈਂ ਬਿਲਕੁਲ ਛੋਟੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਉਸ ਨੇ ਵਿਆਖਿਆ ਕੀਤੀ, ਮੈਂ ਆਪ ਜੀ ਦੇ ਨਾਲ ਉਹ ਨਹੀਂ ਸਾਂਝਾ ਕਰਾਂਗਾ। ਉਹਨੇ ਬਿਲਕੁਲ ਛੋਟੇ ਸ਼ਬਦਾਂ ਦੇ ਵਿੱਚ ਉਸ ਨੇ ਆਖਿਆ ਧਰਮ ਉਹ ਹੈ ਪਿਆਰਿਆ, ਜੇ ਰੱਬ ਦਾ ਡਰ ਤੈਨੂੰ ਹੋਵੇ ਤੇ ਤੂੰ ਧਰਮੀ ਹੈ, ਜੇ ਤੈਨੂੰ ਰੱਬ ਦਾ ਡਰ ਖਤਮ ਹੋ ਗਿਆ ਤੇ ਤੂੰ ਅਧਰਮੀ ਹੈ। ਜਿੱਥੇ ਪਿਆਰਿਓ ਉੱਥੇ ਪ੍ਰੇਮ ਦੀ ਗੱਲ ਵੀ ਆਂਦੀ ਹੈ, ਤੇ ਆਪਾਂ ਪੜ੍ਹਨੇ ਵੀ ਆ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
पर वो फिलोसफर कहता है जे रब का डर मुक जाए तो बंदा गुरुद्वारियां नूं गुरुद्वारे नहीं समझदा, ते जे रब का डर होवे ते ओ हर एक किथे जल थल महियल पूरिया रविया विच वणा, सो प्रभ चेतना आवे कितड़ा दुख गणा। गुर मेरे संग सदा है नाले, सिमर सिमर के सदा संभाले। ते जे गुरु नूं सच करके समझेगा प्यारिया, फिर वो राह चलदियां भी तेरे नाल है, घर बैठियां भी तेरे नाल है, जे अपनी खेतीबाड़ी कर रहे हैं उदों भी तेरे नाल है। इसे तरह भाई धन्ना जी ने, भगत धन्ना जी की बाणी है, उन्होंने अकाल पुरख परमात्मा नूं पाया। मैं प्रेम की गल कर रहा। उत्थे प्यारिओ सतगुरां ने अमृत की दात जदों दित्ती, मैं अमृत की गल कर रहा। उस समय दे विच ये सिख जिहड़े पंज अगे आए सीस दिते, सतगुरां ने अमृत की दात तैयार की। उत्थे भाई गुरदास जी ने वार उच्चारण की है। वो बड़ा सोहना लिखते हैं कि जिस समय दे विच बंदे दा मन, अज असीं कह दिंदे आ प्यारिओ अमृत छकन की की लोड़, अमृत ते बंदे दे मन दे विच वसदा है। प्यारिओ सच है कि बंदे दे मन दे विच अमृत वसदा है, पर मैं एक आप जी दे नाल टूक मात्र बेनती करांगा। देखो कोई बंदा चुपचाप शांत बैठा है, वह हसदा खेडदा, बिल्कुल हस रहा है, खेड रहा है, उहदे मन दे विच कोई फुरना नहीं। उसे बंदे नूं जिहड़ा चुप करके बैठा है, मैं बेनती ये कर रहा इनू नैगेटिव पासे ना लैके जाओ। वो चुप करके बैठा है, उसे बंदे दे कान दे विच जाके दो गालां कढ़ दो, अपशब्द बोल दो, वो बिल्कुल तप उठदा है। तप के एकदम बिल्कुल भांबड़ बन के मैं आना उखड़ी कुहाड़ी वांगू पै जांदा है। ते प्यारिओ वो अंदर ओदे सी, जे ओदे अंदर क्रोध सी ते वो प्रगट होया है, ओदे अंदर काम सी ते वो प्रगट होया है, ओदे अंदर लोभ सी ते वो प्रगट होया है। ते जे अमृत अंदर है ते अमृत तां प्रगट होएगा जे गुरु दे शब्द दे नाल जुड़ेगा, गुरु दे प्यारियां दी संगत करेगा, नाम नाल जुड़ेगा, गुरु दा दिता बाणा पाएगा, गुरु के दिते शस्त्र धारण करेगा। ते सतगुरु जी उथे ये भी बयान करदे, मैं बेनती कर रहा, भाई गुरदास जी ने वार उच्चारण की है। भाई गुरदास जी उथे कहंदे ने कि रतन मणि गल बांदर है, केहो कीम ना जाने, कड़छी साऊ ना संभलै, भोजन रस खाना, डड्डू चिक्कड़ वास है, कवले ना सियाणै, नाब कथूरी मिर्ग दै, भुलदा हैराणै, गुज्जर गोरस वेच कै, खल सूड़ी आणै, मनमुख मूलों खुथिया, दुख सह जमाणै। मनमुख जिहड़ा है वो दुनिया दे दुख जिहड़ा वो सहिंदा है, उहनूं अपने जन्म दी सार नहीं कि मैं इस जन्म दे विच मनुखा जन्म 84 लाख तो बाद मिलिया है, इस नूं मैं सुहेला कर रहा, अकाल पुरख परमात्मा दे नाम नाल जुड़ा। ते भाई साहब कहते ने रतन मणि गल बांदर है। आपां कह देने हैं कि बंदर क्या जाने अदरक का स्वाद, आपां इस गल नूं कहने आ। ते बांदर दे गल दे विच किसे ने सोहना हीरा बन दिता, ते बांदर नूं की पता कि मेरे गल दे नाल किन्ना कुछ सोहना हीरा बज्जा है, ते मैं जे इस नूं वेचांगा मैनूं लखां करोड़ां रुपया मिल जाणगे, पर बांदर नूं पता नहीं। भाई गुरदास जी कहंदे रतन मणि गल बांदर है, किहो कीम ना जाणे, ਉਹਨੂੰ उस हीरे का मुल नहीं पता। इस तरह मनुख नूं जिहड़ा जीवन मिलिया, अगला उदाहरण दिंदे ने, रतन मणि गल बांदर है, किहो कीम ना जाणे, कड़छी साऊ ना संभलै, भोजन रस खाणै। इत्थे आपां जदों खाना तैयार करने आ ते कड़छी जिहड़ी वो खाने दे विच फेरी जांदी है, जदों भोजन तैयार हुंदा, पर कड़छी नूं ये नहीं पता कि ये खाना जिहड़ा पक्किया किन्ना कु लूण है, किन्ना कु स्वादी है, ये मिठा है, कौड़ा है, फिक्का है, नमकीन है, किस तरह है, कड़छी नूं बिल्कुल नहीं पता। कड़छी साऊ ना संभलै, भोजन रस खाना है, वो खाण वाला दसेगा कि भोजन किदां दा बनिया, ये मिठा बनिया है, ये लूणा बनिया है, ये फिक्का बनिया। भाई गुरदास जी कहंदे ने कड़छी साऊ ना संभलै, भोजन रस खाना, डड्डू चिक्कड़ वास है, कवलै ना सियाणै। कमल जिहड़ा वो चिक्कड़ दे विच खिड़िया है, ते डड्डू जिहड़ा वो थल्ले बैठा रोला पा रहा, ट्रै ट्रै कर रहा, पर उन्होंने कमल की सार नहीं कि कमल का फुल खिरिया है, तो किन्नी कुछ सगुंधी दे रहा है, किन्नी खुशबू इस दे आले दुआले। अगे भाई गुरदास जी कहते ने डड्डू चिक्कड़ वास है, कवलै ना सियाणै, नाब कथूरी मिर्ग दै, भुलदा हैराणै। मिर्ग जिहड़ा है वो जंगल दे विच भुलदा है ते फिरदा है, ते उस रस नूं माणन नूं चाहुंदा है, पर वो रस उहदे नाभ दे विच, उहदी नाभि दे विच वसिया है, पर हिरण जिहड़ा है वो थां थां ते वो रस नूं लभदा फिरदा है।
ਨਾਭ ਕਥੂਰੀ ਮਿਰਗ ਤੈ ਭੁੱਲਦਾ ਹੈਰਾਣਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣਾ। ਗੁੱਜਰ ਤੋਂ ਭਾਵ ਹੈ ਜਿਹੜੇ ਜੰਗਲਾਂ ਦੇ ਵਿੱਚ ਡੰਗਰਾਂ ਨੂੰ ਪਾਲਦੇ ਨੇ, ਡੰਗਰਾਂ ਦੇ ਪਾਲਣ ਪੋਸ਼ਣ ਕਰਦੇ, ਉਹਨਾਂ ਨੂੰ ਆਪਾਂ ਦੁਨਿਆਵੀ ਤੌਰ ਤੇ ਗੁੱਜਰ ਕਹਿੰਦੇ ਆ। ਤੇ ਗੁੱਜਰ ਜਿਹੜਾ ਹੈ ਉਹ ਦੁੱਧ ਚੋਂਦਾ ਹੈ ਵੇਚ ਕੇ ਤੇ ਡੈਰੀ ਉੱਤੇ ਪਾ ਆਉਂਦਾ ਹੈ, ਪਰ ਆਪਣੇ ਘਰ ਨਹੀਂ ਵਰਤ ਰਿਹਾ। ਉਹ ਕਹਿੰਦਾ ਜਿੰਨੇ 4 ਪੈਸੇ ਜੁੜਨ ਓਨੇ ਹੀ ਚੰਗੇ ਨੇ। ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣਾ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਮਨ ਮੁਖ ਮੂਲੋਂ ਖੁੱਥਿਆ ਦੁੱਖ ਸਹਿ ਜਮਾਣਾ। ਉਹ ਕਹਿੰਦੇ ਨੇ ਭਾਈ ਗੁਰਦਾਸ ਜੀ ਨੇ ਕਿਹਾ ਬਾਂਦਰ ਦੇ ਗਲ ਦੇ ਵਿੱਚ ਹੀਰਾ ਵੱਜਾ ਉਹਨੂੰ ਸਾਰ ਨਹੀਂ, ਡੱਡੂ ਜਿਹੜਾ ਕਮਲ ਦੇ ਥੱਲੇ ਬੈਠਾ ਹੈ ਉਹਨੂੰ ਸਾਰ ਨਹੀਂ, ਕਿ ਮੈਂ ਇਸ ਦੇ ਕੋਲੋਂ ਕਿੰਨੀ ਸੁਗੰਧੀ ਲੈ ਸਕਦਾ। ਨਾਭ ਕਥੂਰੀ ਮਿਰਗ ਦਾ, ਕਥੂਰੀ ਮਿਰਗ ਦੇ ਜਿਹੜੇ ਨਾਭੀ ਦੇ ਵਿੱਚ ਅੰਮ੍ਰਿਤ ਰਸ ਵਸਿਆ ਉਹਨੂੰ ਉਹਦੀ ਸਾਰ ਨਹੀਂ। ਤੇ ਭਾਈ ਸਾਹਿਬ ਕਹਿੰਦੇ ਨੇ ਇਹ ਅਕਾਲ ਪੁਰਖ ਪ੍ਰਮਾਤਮਾ ਨੇ ਸੁਹੇਲਾ ਜਨਮ ਵਰਸਿਆ। ਇਸ ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ, ਉਹਦੇ ਸਿਮਰਨ ਦੇ ਨਾਲ ਜੋੜ। ਇਹ ਬੰਦਿਆ ਤੇਰਾ ਇੱਕ ਇੱਕ ਪਲ, ਇੱਕ ਇੱਕ ਨਿਮਖ ਜਿਹੜਾ ਹੈ ਉਹ ਵਿਅਰਥ ਹੋ ਰਿਹਾ ਹੈ। ਤੇ ਮਨਮੁਖ ਬੰਦਾ ਇਸ ਗੱਲ ਨੂੰ ਬਿਲਕੁਲ ਨਹੀਂ ਪੜਚੋੜਦਾ। ਆਇਆ ਗਿਆ ਮੂੰਹਾਂ ਨਾਉ। ਸਤਿਗੁਰੂ ਜੀ ਕਹਿੰਦੇ ਨੇ ਬੰਦਾ ਆਇਆ ਸੰਸਾਰ ਵਿੱਚ ਦੁਨਿਆਵੀ ਤੌਰ ਦੇ ਉੱਤੇ ਜੀਵਨ ਜੀਆ, ਜੀ ਕੇ ਤੇ ਚਲੇ ਗਿਆ, ਪਰ ਇਸ ਸੰਸਾਰ ਦੇ ਉੱਤੇ ਆਉਣ ਦਾ ਤਾਂ ਫਾਇਦਾ ਹੈ। ਉੱਥੇ ਵਿਦਵਾਨ ਬੜਾ ਸੋਹਣਾ ਲਿਖਦਾ ਹੈ, ਉਹ ਕਹਿੰਦਾ ਹੈ ਕਦਮ ਐਸੇ ਚਲੋ कि निशान बन जाए, काम ऐसा करो कि पहचान बन जाए। यहाँ जिंदगी तो सभी जी लेते हैं, मगर जिंदगी जियो तो ऐसी कि सबके लिए मिसाल बन जाए। वो कहता एवें दा जीवन जियो कि सारियां वास्ते विसाल बन जावे। उत्थे सतगुरां ने अगे शस्त्र दी गल कीती। जदों सतगुरां ने अमृत दी दात बख्शी, फिर शस्त्र दी गल करदे ने कि सिख नूं शस्त्रधारी होना बहुत जरूरी है। ते उत्थे सतगुरां दे एक कवि होए ने सैनापत जी, 52 कवियां दे विचों ਉਹ ਲਿਖਦੇ ਨੇ कि ए मोर आग्या सुनो रे प्यारे, बिना तेग के संग देहो ना दिदारे, बिना तेग के संग नरंग भेड़ जानो, गाहे ताके ताको कितोले सिधानो। ए मोर आग्या सुनो रे प्यारे, बिना तेग के संग देहो ना दिदारे। ਉਹ ਕਹਿੰਦੇ ਨੇ ਕੇਸ ਤੋਂ ਤੇ ਸਰਸਤੋਂ ਤੋਂ ਬਗੈਰ ਸਿੰਘ ਮੇਰਾ ਮੈਨੂੰ ਕਦੀ ਦਰਸ਼ਨ ਨਾ ਦੇਵੇ। ਉਹ ਸੈਨਾਪਤ ਜੀ ਲਿਖਦੇ ਨੇ, ਕਹਿੰਦੇ ਜੇ ਸਿੱਖ ਦੇ ਕੋਲ ਕੇਸ ਨਹੀਂ, ਸ਼ਸਤਰ ਨਹੀਂ, ਤੇ ਇਹ ਭੇਡ ਦੇ ਬਰਾਬਰ ਜੇ ਇਸ ਨੂੰ ਕੋਈ ਵੀ ਕੰਨ ਤੋਂ ਫੜ ਕੇ ਲੈ ਜਾਵੇਗਾ। ਜੇ ਸਿੰਘ ਦੇ ਕੋਲ ਸ਼ਸਤਰ ਹੋਵੇ ਤੇ ਹਮਲਾ ਕਰਨ ਵਾਲਾ ਵੀ ਇੱਕ ਵਾਰੀ ਸੋਚ ਕੇ ਹਮਲਾ ਕਰਦਾ ਹੈ ਕਿ ਸਿੱਖ ਦੇ ਕੋਲ ਸ਼ਸਤਰ ਹੈ, ਇਹ ਸ਼ਸਤਰਧਾਰੀ ਹੈ। ਉੱਥੇ ਪਿਆਰਿਓ ਸਤਿਗੁਰਾਂ ਨੇ ਅੱਗੇ ਵੀ ਬੜੇ ਸ਼ਬਦ ਉਚਾਰੇ। ਉਹਨਾਂ ਨੇ ਆਖਿਆ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਸ਼ਸਤਰਧਾਰੀ ਸਿੰਘ ਹੋਵੇ ਤੇ ਕੋਈ ਲਾਗੇ ਨਹੀਂ ਜੇ ਲੱਗਦਾ, ਤੇ ਜੇ ਸਿੱਖ ਜਿਹੜਾ ਉਹ ਸ਼ਸਤਰ ਤੋਂ ਬਗੈਰ ਹੋਵੇ, ਕੇਸਾਂ ਤੋਂ ਬਗੈਰ ਹੋਵੇ, ਤੇ ਉਹ ਭੇਡ ਦੇ ਸਮਾਨ ਹੈ। ਇਹ ਮੋਰ ਆਗਿਆ ਸੁਨੋ ਰੇ ਪਿਆਰੇ, ਬਿਨਾ ਤੇਗ ਕੇ ਸੰਗ ਦੇਹੋ ਨਾ ਦਿਦਾਰੇ, ਬਿਨਾ ਤੇਗ ਕੇ ਸੰਗ ਨਰੰਗ ਭੇਡ ਜਾਨੋ, ਗਹੇ ਤਾਕੇ ताको कितोले सिधानो। ए मोर आ गया सुनो रे प्यारे, बिना तेग के संग देहो ना दिदारे। खग खंड बिहंडंग खल दल खंडंग, आतरण मंडंग बर बंडंग, भुज दाड अखंडंग, जोत अमंडंग, तेज प्रचंडंग, भान प्रभंग, सुख संता करणंग, दुर्मत दरणंग, किलबख हरणंग, अस सरणंग, जय जय जग कारण, श्रेष्ठ उबारण, मम प्रतिपारण, जय तेगंग। सतगुरां ने तेग नूं बड़ी बख्शिश दिती। उसने सतगुरां ने आख्या कि तेग जिहड़ी है ये सिंह दे कोल सिंह शस्त्रधारी जरूर होवे, पर ये नहीं। इत्थे मैं ये भी टूक मात्र बेनती कर दियां कि शस्त्रधारी होवे, बाणा पाया होवे। हुण सतगुरु जी मैं ये बेनती नहीं कर रहा प्यारिओ, इसनूं नैगेटिव पासे ना लैके जाओ। मैं शब्द भी आप जी दे नाल साझा कीता है कि मैं गुरु दे बाणे ते गुरु दे चिन्हां दे उत्ते तर्क कर रहा नहीं। सिख शस्त्रधारी जरूर होवे, पर नाल ये होवे वो रहत मर्यादा दे विच पक्का होवे। ये नहीं कि उत्तों शस्त्र पाए होण, हिरदै कपट मुख ज्ञानी होवे, झूठे कहां बिलोवस पानी। सतगुरु जी कहंदे ने उत्तों शस्त्र पाए होण, चंगा बाणा पाया होए, ते विच ओदे हिरदे दे विच ढिड तो कोड़ा होवे, ते सतगुरु जी कहंदे ओ बंदा बिल्कुल परवाह नहीं। सतगुरु जी कहंदे जैसा मनुख ओ है, मर्द ओ है जो जबान ते ओ अंदर होवे, ते जो अंदर होवे ओ जबान ते होवे, उस नूं मर्द मन्निया गया।
सतगुरु जी अगे अनेका बेनतियां करते हैं। प्यारिओ मेरा समा समाप्त है। उत्थे एक विद्वान बड़ा सोहना लिखदा है, वो कहता है मर्द वो है जिहड़ा कदी रण तत्ते दे विच जूझ के जरूर शहीद हो जावे पर रण तत्ते तो कदी भजे ना। वो लिखदा है दर्द वंद ही दर्द नूं जाणदा है, बेदर्द नूं दर्द दा दर्द की है, दर्द वड्डण दी मारन वाला जाणदा है, मरन वाले नूं दर्द दा दर्द की है, लगी दिलां दी बुझणी बड़ी औखी, पा पानी नवाउणा सर्द की है। वो जेड़ा रण मैदान चों भज जावे उसनूं आखना किसे ने मर्द की है। वो कहंदा जेड़ा रण मैदान चों भज जावे उसनूं किसे ने की मर्द कहना है। प्यारिओ मैं एक बेनती अखीरली बेनती आप जी दे नाल करां। देखो गुरु गोबिंद सिंह महाराज जी ने इस पंथ वास्ते, इस खालसे पंथ वास्ते अपना सारा परिवार वारिया। ते जिस समय चमकौर दी गड़ी दे विच मैं तेग दी गल कर रहा, जिस समय चमकौर दी गड़ी दे विच छोटे पुत्र नूं तोड़ रहे ने बाबा जुझार सिंह जी, 14 सालां दी उम्र है, थोड़ी थोड़ी लूई पई फुटदी है। उस समय दे विच सतगुरां ने उत्थे अपने पुत्र नूं आप शस्त्रधारी करके तोड़िया। प्यारिओ उस तो पहला बाबा अजीत सिंह जी जाते ने ते सतगुरां ने अखीरले वेले जदों तुरे ना बाबा अजीत सिंह जी ते एक गल कह के गए कि नाम का अजीत हूं, जीता नहीं जाऊंगा, जीता ना अगर गया तो जीता नहीं आऊंगा। उस तो बाद जदों जाके जंग दे विच शहीद हुंदे ने, सतगुरु जी ममटी ते खलोते तकदे ने, उथों जकारा छड्डिया। हुण 14 सालां दी उम्र बाबा जुझार सिंह जी दी गल च परना पा के आए, आके सतगुरां नूं बेनती कीती, सतगुरु जी पिता सतगुरु जी मैं भी जंग दे विच जाना है, मैं तेग दी गल कर रहा। उस समय दे विच सोहन सिंह शीतल उन्हां ने बड़े सोहने शब्द लिखे ने। वो कहंदे ने बरराई सी आवाज से बोले गुरु गोबिंद, बेटा पाला है तुम्हें नाज से, बोले गुरु गोबिंद, उस नन्हे से जाबाज से बोले गुरु गोबिंद, लो आओ तन पाक पर हथियार सजा दें, छोटी सी कमा नन्ही सी तलवार सजा दें, हम देते हैं तुम्हें खंजर इसे शमशीर समझना, नेजों की जगह दादा का तीर समझना, जितने मरे इससे उन्हें बेपीर समझना, अगर तीर कलेजे में लगे तो उफ नहीं करना, उफ मुंह से मेरी जान कभी ना उचरना। सतगुरां ने अपने पुत्र नूं तोड़िया। प्यारिओ तीरां दी छावें पुत्र नूं तोड़िया ते तोड़न तो बाद जदों जंग दे विच जाके शहीद हुंदे ने ते अचनचेत जिवें एक फुल खिड़िया होवे ते फुल दे विच आके अनेकां कंडे वज जाण, ऐसे कोमल शरीर दे विच आके अनेकां बरछियां टकुए ते नेजे आके वजे। क्योंकि दुश्मन जिहड़ा है वो कदी अपनी अनहोनी करन तो बिल्कुल नहीं चूकदा। प्यारिओ सतगुरां दा छोटा लाल अज शहीद होया ते उत्थे शब्द वरते गए, हस शहीदी पा गया जद लाल छुटेरा, अखां सावें हो गया ओ बेरा बेरा, उंगल ला के लै गया ओनू वीर वडेरा, हाथ बन बोले सतगुरु वाह भाणा तेरा, तेरा तुझको सौंपते क्या लागै मेरा। सतगुरां ने ये शब्द वरते। प्यारिओ सतगुरां ने इस पंथ वास्ते, इस खालसे पंथ की सिरजना वास्ते जिस विसाखी के दिहाड़े नूं असीं मना रहे हैं, तो मैं पहला शब्द आप जी दे नाल धन श्री गुरु अर्जुन देव जी महाराज जी का साझा किया कि वैसाख धीनन क्यों वाढिया, जिन्ना प्रेम विछोहो, हर साजन पुरख विसार कै, लगी माया तो हो। जिस अकाल पुरख परमात्मा ने यह निजम बनाया, धन श्री गुरु गोबिंद सिंह महाराज जी ने उन्हां दी रहत नूं छड्ड के कुरैतां करन लग पे। ते प्यारिओ उस समय दे विच सतगुरु जी कहंदे ने ये सिੱਖੀ ते इस सिੱਖੀ दी प्रधानता ते इस सिੱਖ दी कमाई तां ही जिहड़ी वो संपूर्ण हो सकदी है जे हिरदे दे विच अकाल पुरख परमात्मा दा नाम वसे, तां ही बंदा अमृत नूं कमा सकदा है, गुरु दी सिੱਖੀ नूं कमा सकदा है, गुरु दे प्यारियां दी कुर्बानियां जिहड़ियां वो थाएं पै सकदियां ने जे अकाल पुरख परमात्मा दा प्यार हिरदे विच होवे। वैसाख धीरन क्यों वाढिया, जिन्ना प्रेम विछोहो, हर साजन पुरख विसार कै, लगी माया धोहो, पुत्र कलतर ना संग धना, हर अविनाशी ओहो, पलच पलच सगली मुई,
झूठै धंधै मोह, इकस हर के नाम बिन, अग्गै लइए खोहे, दइए विसार विगुचना, प्रभ बिन अवर ना कोय, प्रीतम चरणी जो लगे, तिन की निर्मल सोए, वैसाख सुहावा तां लगै, जां संत भेटै हर सोए। जे अकाल पुरख परमात्मा दे नाम नाल जुड़ोगे, प्यारियां नाल जुड़ोगे, चंगी संगत करोगे, क्योंकि आपां दुनियावी तौर दे उत्ते भी कहने आ जैसी संगत तैसी रंगत। प्यारिओ, कितनियां कु विसाखियां लंघ चुकियां ने ते कितनियां कु अंगे लंघ जानियां ने, पर सतगुरु जी कहते ने सफल ते तां है जे तू अपने आप नू बदले। जो तू पिछली विसाखी ते कर रहा सी, अज भी उस विसाखी ते यही कर रहा है। ते सतगुरु जी कहते उस जिवें एक तेली जिहड़ा वो बलदां नू जो दिंदा है, ते बलद जिहड़े ने उन्हां दे अखां दे उत्ते खोपे चढ़ा दिंदे ने, ते तेली सवेरे ही बलद नू जो दिंदा है। सवेरे उठ के उसने जोग जो देनी, आपां दुनियावी तौर ते जोग कहने, वो खोपे अखां ते चढ़ा देने, ते चढ़ाउण तो बाद वो सारा दिन बलदां ने उस खूह दे आले दुआले, वेलणे दे आले दुआले उन्हां ने चक्कर कट्टी जाने। कट्टण तो बाद वो दोवें आपस च गल्लां करदे, सवेर तो तुरे आ, सफ़र बड़ा लम्मा हो गया है, अज हुण दुपहरी भी कोई आराम नहीं किया, सवेर तो तुरे लगा बड़ा लमेरा सफ़र हो गया, बड़ी अगे पहुँच गए होवांगे। ते जदों अखां तो खोपे उतरदे ने, खलोते उत्थे दे उत्थे ने। किन्नियां कु विसाखियां लंघ गईयां ने, किन्ने सतगुरां दे शहीदी पुरब लांघे ने। प्यारिओ, सफल ते तां हुंदे जे असीं अपना आपां अंदरों बदलदे। अपने आपे नू बदल, अपने गरीबान में सिर नीवा कर देख। इस गिरवान दे विच सिर नीवा करके वेख, जे पिछले विसाखी ते अमृत नहीं छकिया ते अज छक के गुरु वाला बन जावां। सतगुरु जी कहंदे ने तेरा ओही घड़ी ओही समा सफल हो सकता है जिस समय तू अकाल पुरख परमात्मा दे नाम नाल जुड़ जावें, सतगुरां दी क्लास दे विच एडमिशन लवें। प्यारिओ, इन्नियां बेनतियां करदा मैं खीमा दा जाचक धन श्री गुरु ग्रंथ साहिब महाराज गुरु की संगत बख्शण जोग विचार करदियां कई ऊणताइयां हो गईयां। साहिब श्री गुरु ग्रंथ साहिब महाराज गुरु की संगत बख्शण जोग है। देहो सज्जण आसीसणियां ज्यों होवै साहिब सुमेल, विचार करन दी जाच आ जावे। वाहिगुरु जी का खालसा, वाहिगुरु जी की फतेह।